ਸਾਡੇ ਪਾਰਟਿਕੂਲਰ ਗੈਂਗ ਪਕੜਿਆ ਇਹਦੀ ਜਿਹੜੀ ਪੂਰੀ ਇੰਡੀਆ ਦੇ ਵਿੱਚ ਲਿੰਕੇजेस ਆਈਆਂ ਨੇ 1578 ਲੋਕਾਂ ਨੂੰ ਇਹ ਵਾਲੇ ਗੈਂਗ ਨੇ ਠੱਗ ਰੱਖਿਆ। 400-500 ਕਰੋੜ ਘੱਟ ਨਹੀਂ ਹੁੰਦਾ, ਇਹ ਇੰਨੇ ਮਹੀਨਿਆਂ 'ਚ ਕਿਵੇਂ ਕਰਤਾ ਇਹਨਾਂ ਨੇ? ਤਾਂ ਜਿਹੜੇ ਅਸੀਂ ਬੰਦੇ ਅਰੈਸਟ ਕੀਤੇ ਨੇ ਅਕਾਊਂਟੈਂਟ ਵਗੈਰਾ ਨੇ, ਸਾਰੇ ਸੀਏ ਵਗੈਰਾ ਇਹਨਾਂ ਨੇ ਕੀਤੀ ਹੋਈ ਹੈ। ਤਾਂ ਇਸ ਕੰਮ ਦੇ ਐਕਸਪਰਟ ਨੇ। ਬੈਂਕ ਆਫੀਸ਼ੀਅਲਸ ਦਾ ਰੋਲ ਹੈ, ਜਿਵੇਂ ਤੁਸੀਂ ਕਿਹਾ ਕਿ ਇਹ ਬਿਨਾਂ ਚੈਕਿੰਗ ਤੋਂ ਅਕਾਊਂਟਸ ਖੁੱਲ ਰਹੇ ਨੇ, ਇੰਡੀਆ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਕੋਈ ਇਹਦੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਰਿਪੋਰਟ ਜਨਰੇਟ ਨਹੀਂ ਹੋ ਰਹੀ, ਤਾਂ ਉਹਦੇ ਲਈ ਅਸੀਂ ਬੈਂਕ ਆਫੀਸ਼ੀਅਲਸ ਨੂੰ ਵੀ ਨੋਟਿਸ ਦੇ ਕੇ ਉਹਨਾਂ ਦਾ ਵੀ ਰੋਲ ਐਗਜ਼ਾਮਿਨ ਕਰ ਰਹੇ ਹਾਂ। ਤੁਹਾਨੂੰ ਲੱਗਦਾ ਜੇ ਬਾਕੀ ਇੱਥੇ ਵਿਦੇਸ਼ੀ ਕੰਪਨੀਆਂ ਉਹ ਵੀ ਇਹਨਾਂ ਦੇ ਵਿਚਕਾਰ ਸ਼ਾਮਿਲ ਹੋ ਸਕਦੀਆਂ? ਚਾਈਨਾ ਦਾ ਹੱਥ ਤਾਂ ਬਹੁਤ ਡਾਇਰੈਕਟਲੀ ਸਾਹਮਣੇ ਆ ਰਿਹਾ। ਤਾਂ ਜੋ ਵੀ ਚਾਈਨੀਜ਼ ਕੰਟਰੋਲਡ ਕੰਪਨੀਆਂ ਨੇ ਉਹ ਪੈਸੇ ਨੂੰ ਟ੍ਰਾਂਜੈਕਟ ਕਰ ਰਹੀਆਂ ਨੇ, ਉਸ ਤੋਂ ਬਾਅਦ ਉਹ ਕੈਸ਼ ਵਿਦਡਰੋ ਹੋ ਕੇ ਉਹ ਚਾਈਨਾ ਦੇ ਵਿੱਚ ਜਾ ਰਿਹਾ ਕ੍ਰਿਪਟੋ ਕਰੰਸੀ ਦੇ ਥਰੂ। 29 ਬੰਦੇ ਅਰੈਸਟ ਹੋ ਚੁੱਕੇ ਨੇ, 3 ਹੋਰ ਬੰਦਿਆਂ ਤੇ ਅਸੀਂ ਬਾਈ ਨੇਮ ਜਿਨ੍ਹਾਂ ਦੇ ਉੱਤੇ ਦਬਿਸ਼ ਕਰ ਰਹੇ ਹਾਂ, ਉਹਨਾਂ ਨੂੰ ਸਾਡੀ ਟੀਮਸ ਆਲਰੇਡੀ ਰੇਡ ਤੇ ਨੇ ਉਹਨਾਂ ਨੂੰ ਅਰੈਸਟ ਕਰਨ ਲਈ। ਚਾਈਨੀਜ਼ ਇਨਵੋਲਵਮੈਂਟ ਦਾ ਕਲੀਅਰ ਕੱਟ ਸਾਹਮਣੇ ਇੱਕ ਪਹਿਲਾਂ ਚਾਈਨੀਜ਼ ਪਕੜਿਆ ਵੀ ਹੈ, ਇੱਕ ਅਸੀਂ ਆਇਡੈਂਟੀਫਾਈ ਵੀ ਕੀਤਾ ਜਿਹਨੂੰ ਲਈ ਅਸੀਂ ਸੀਬੀਆਈ ਇੰਟਰਪੋਲ ਦੀ ਮਦਦ ਲੈ ਰਹੇ ਹਾਂ ਉਹਨੂੰ ਅਰੈਸਟ ਕਰਨ ਦੇ ਲਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨਿਰੂਪ ਜਵਾਨ। ਅਸੀਂ ਪਹਿਲੇ ਵੀ ਤੁਹਾਨੂੰ ਸੁਚੇਤ ਕੀਤਾ ਸੀ ਕਿ ਮੋਬਾਈਲ ਐਪ ਦੇ ਜ਼ਰੀਏ ਲੋਨ ਦਿੱਤਾ ਜਾਂਦਾ ਤੇ ਇਸ ਲੋਨ ਦੇ ਰਾਹੀਂ ਬਹੁਤ ਲੋਕਾਂ ਦਾ ਬੈਂਕ ਬੈਲੈਂਸ ਜੋ ਹੈ ਉਹ ਵਿਗੜ ਗਿਆ, ਜਿਸ ਦੇ ਬਾਅਦ ਜੋ ਹੈ ਚੰਡੀਗੜ੍ਹ ਦੀ ਸਾਈਬਰ ਕ੍ਰਾਈਮ ਨੇ ਜੋ ਹੈ ਥਾਂ ਦੇ ਵਿਚਕਾਰ ਜੋ ਹੈ ਛਾਪੇਮਾਰੀ ਕੀਤੀ ਹੈ। 1500 ਤੋਂ ਵੱਧ ਜੋ ਹੈ ਕੇਸ ਦਰਜ ਨੇ, FIR ਦਰਜ ਨੇ ਪੂਰੇ ਦੇਸ਼ ਭਰ ਦੇ ਵਿਚਕਾਰ। ਤੇ SP ਕੇਤਨ ਬੰਸਲ ਸਾਡੇ ਨਾਲ ਮੌਜੂਦ ਨੇ। ਦੇਸ਼ ਭਰ ਦੇ ਵਿਚਕਾਰ 1500 ਤੋਂ ਵੱਧ ਕੇਸਿਸ ਅਜਿਹੇ ਨੇ, FIR ਦਰਜ ਹੋਈ ਹੈ। ਤੇ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਜੇ ਲੋਨ ਐਪ ਹੈਗਾ, ਇਹ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਸੀ, ਕਿੰਨੇ ਲੋਕਾਂ ਨੂੰ ਹਲੇ ਤੱਕ ਆਪਣਾ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ? ਜਿਹੜਾ ਇਹ ਸਾਡੇ ਪਾਰਟਿਕੂਲਰ ਗੈਂਗ ਪਕੜਿਆ ਇਹਦੀ ਜਿਹੜੀ ਪੂਰੀ ਇੰਡੀਆ ਦੇ ਵਿੱਚ ਲਿੰਕੇजेस ਆਈਆਂ ਨੇ, 1578 ਲੋਕਾਂ ਨੂੰ ਇਹ ਵਾਲੇ ਗੈਂਗ ਨੇ ਠੱਗ ਰੱਖਿਆ। ਤੇ ਇਹ ਮੇਬੀ ਪਿਛਲੇ 4-5 ਮਹੀਨਿਆਂ ਤੋਂ ਦੌਰਾਨ ਦੀਆਂ ਕੰਪਲੇਂਟਸ ਨੇ ਜੀ। 4-5 ਮਹੀਨੇ ਦੇ ਦੌਰਾਨ 400-500 ਕਰੋੜ ਰੁਪਇਆ ਮਤਲਬ ਟ੍ਰਾਂਸਫਰ ਹੋ ਜਾਣਾ, ਕਿਉਂਕਿ ਆਪਾਂ ਜਦ ਬੈਂਕ ਤੋਂ ਪੈਸੇ ਟ੍ਰਾਂਸਫਰ ਕਰਦੇ ਹੋ ਇੰਜ ਟ੍ਰਾਂਸਫਰ ਨਹੀਂ ਹੁੰਦੇ, ਹਰ ਉਸ ਅਮਾਊਂਟ ਦੇ ਉੱਤੇ ਜੇ ਸਾਨੂੰ ਉੱਪਰ ਦਿਖਾਣਾ ਪੈਂਦਾ ਕਿ ਆਪਾਂ ਜੋ ਟ੍ਰਾਂਸਫਰ ਕਰ ਰਹੇ ਮਨੀ ਕਿਵੇਂ ਕਰ ਰਹੇ ਹਾਂ। ਤਾਂ ਇਹ ਜੇ ਲੋਕ ਸੀ ਇਹ ਕਿਵੇਂ ਮਨੀ ਇਤਨੀ ਸਾਰੀ, ਕਿਉਂਕਿ 400-500 ਕਰੋੜ ਘੱਟ ਨਹੀਂ ਹੁੰਦਾ, ਇਹ ਇੰਨੇ ਮਹੀਨਿਆਂ 'ਚ ਕਿਵੇਂ ਕਰਤਾ ਇਹਨਾਂ ਨੇ ਟ੍ਰਾਂਸਫਰ? ਇੱਕ ਅਕਾਊਂਟ ਦੇ ਵਿੱਚ ਅਰਾਊਂਡ 25-30 ਕਰੋੜ ਰੁਪਏ ਗਏ ਹੋਏ ਨੇ। ਤੇ ਜਿਹੜੇ ਅਕਾਊਂਟ ਨੇ ਉਹ ਜਿਹੜੀਆਂ ਵੀ ਕੰਪਨੀਆਂ ਦੇ ਨਾਮ ਤੇ ਜਾਂ ਪੋਲੀਟੀਕਲ ਪਾਰਟੀ ਦੇ ਨਾਮ ਤੇ ਖੁੱਲੇ ਹੋਏ ਨੇ ਉਹ ਬੋਗਸ ਨੇ। ਤਾਂ ਜਿਹੜੇ ਅਸੀਂ ਬੰਦੇ ਅਰੈਸਟ ਕੀਤੇ ਨੇ ਅਕਾਊਂਟੈਂਟ ਵਗੈਰਾ ਨੇ, ਸਾਰੇ ਸੀਏ ਵਗੈਰਾ ਇਹਨਾਂ ਨੇ ਕੀਤੀ ਹੋਈ ਹੈ। ਤਾਂ ਇਸ ਕੰਮ ਦੇ ਐਕਸਪਰਟ ਨੇ। ਤੇ ਜੋ ਵੀ ਇਹਦੇ ਵਿੱਚ ਬੈਂਕ ਆਫੀਸ਼ੀਅਲਸ ਦਾ ਰੋਲ ਹੈ, ਜਿਵੇਂ ਤੁਸੀਂ ਕਿਹਾ ਕਿ ਇਹ ਬਿਨਾਂ ਚੈਕਿੰਗ ਤੋਂ ਅਕਾਊਂਟਸ ਖੁੱਲ ਰਹੇ ਨੇ, ਇੰਡੀਆ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਕੋਈ ਇਹਦੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਰਿਪੋਰਟ ਜਨਰੇਟ ਨਹੀਂ ਹੋ ਰਹੀ, ਤਾਂ ਉਹਦੇ ਲਈ ਅਸੀਂ ਬੈਂਕ ਆਫੀਸ਼ੀਅਲਸ ਨੂੰ ਵੀ ਨੋਟਿਸ ਦੇ ਕੇ ਉਹਨਾਂ ਦਾ ਵੀ ਰੋਲ ਐਗਜ਼ਾਮਿਨ ਕਰ ਰਹੇ ਹਾਂ ਜੀ। ਸਰ ਕਿਵੇਂ ਵੇਖਦੇ ਹੋ, ਕਿਉਂਕਿ ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਕਿਹਾ, ਪ੍ਰੈਸ ਨੋਟ ਦੇ ਵਿਚਕਾਰ ਵੀ ਇੱਕ ਨਾਮੀ ਰਾਜਨੀਤਿਕ ਪਾਰਟੀ ਦਾ ਵੀ ਨਾਮ ਸਾਹਮਣੇ ਆ ਰਿਹਾ, ਤੁਸੀਂ ਕਹਿੰਦੇ ਹੋ ਫਿਜ਼ੀਕਲ ਐਡਰੈਸ ਤਾਂ ਸਾਨੂੰ ਨਜ਼ਰ ਨਹੀਂ ਆਇਆ, ਲੇਕਿਨ ਉਸ ਦੇ ਥਰੂ ਵੀ ਜੋ ਹੈ ਪੈਸੇ ਟ੍ਰਾਂਸਫਰ ਹੋਏ ਨੇ। ਤਾਂ ਇਹ ਸਿਰਫ ਸ਼ੈਲ ਕੰਪਨੀਜ਼ ਹੀ ਨਹੀਂ, ਇਹ ਬੋਗਸ ਪੋਲੀਟੀਕਲ ਪਾਰਟੀ, ਬੋਗਸ ਟਰਸਟ ਵੀ ਬਣਾ ਰਹੇ ਨੇ। ਇਹਦੇ ਵਿੱਚ ਜਿਵੇਂ ਸਾਡੇ ਵਾਲੇ ਮਾਮਲੇ ਦੇ ਵਿੱਚ ਭਾਰਤੀ ਰਾਜਨੀਤਿਕ ਵਿਕਲਪ ਪਾਰਟੀ ਸਾਹਮਣੇ ਆਈ, ਉਹਦੇ ਵਿੱਚ 8 ਲੱਖ ਦੀ ਟ੍ਰਾਂਜੈਕਸ਼ਨ ਸੀ। ਤਾਂ ਅਸੀਂ ਔਨ ਗਰਾਊਂਡ ਜਾ ਕੇ ਉੱਥੇ ਚੈੱਕ ਕੀਤਾ ਤਾਂ ਉੱਥੇ ਕੁਝ ਵੀ ਪਾਰਟੀ ਵਗੈਰਾ ਐਗਜ਼ਿਸਟ ਨਹੀਂ ਕਰਦੀ। ਤਾਂ ਅਸੀਂ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਇਸ ਬਾਰੇ ਲਿਖ ਰਹੇ ਹਾਂ, ਤਾਂ ਵੀ ਜੋ ਵੀ ਜਿਨ੍ਹਾਂ ਬੰਦਿਆਂ ਨੇ ਬਣਾਈ ਉਹਨਾਂ ਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਸਮਨ ਕਰਾਂਗੇ ਜੀ। ਤੁਸੀਂ ਕਿਹਾ ਨਾ ਕਿ ਹੋ ਸਕਦਾ ਬੈਂਕ ਅਧਿਕਾਰੀ ਵੀ ਸ਼ਾਮਿਲ ਹੋਣ, ਕਿਉਂਕਿ ਕਿਤੇ ਨਾ ਕਿਤੇ ਬੋਗਸ ਕੰਪਲੇਂਟ ਵੀ ਸਾਹਮਣੇ ਨਹੀਂ ਆ ਰਹੀਆਂ ਨੇ। ਤਾਂ ਕਿਵੇਂ ਦੇਖਦੇ ਹੋ ਇਹ ਜੇ ਪੈਸੇ ਨੇ, ਕਿਉਂਕਿ ਬਾਰ-ਬਾਰ ਮਤਲਬ ਆਪਾਂ ਗੱਲ ਕਰੀਏ 400 ਤੋਂ 500 ਕਰੋੜ ਰੁਪਇਆ 4-5 ਮਹੀਨਿਆਂ ਦੇ ਵਿਚਕਾਰ ਟ੍ਰਾਂਸਫਰ ਹੋਇਆ, ਤੇ ਇਸ ਦੇ ਵਿਚਕਾਰ ਤੁਹਾਨੂੰ ਲੱਗਦਾ ਜੇ ਬਾਕੀ ਇੱਥੇ ਵਿਦੇਸ਼ੀ ਕੰਪਨੀਆਂ ਉਹ ਵੀ ਇਹਨਾਂ ਦੇ ਵਿਚਕਾਰ ਸ਼ਾਮਿਲ ਹੋ ਸਕਦੀਆਂ ਨੇ? ਨਹੀਂ, ਬਿਲਕੁਲ। ਇਹਦੇ ਵਿੱਚ ਜਿਹੜਾ ਚਾਈਨਾ ਦਾ ਹੱਥ ਤਾਂ ਬਹੁਤ ਡਾਇਰੈਕਟਲੀ ਸਾਹਮਣੇ ਆ ਰਿਹਾ। ਤਾਂ ਜੋ ਵੀ ਚਾਈਨੀਜ਼ ਕੰਟਰੋਲਡ ਕੰਪਨੀਆਂ ਨੇ ਉਹ ਪੈਸੇ ਨੂੰ ਟ੍ਰਾਂਜੈਕਟ ਕਰ ਰਹੀਆਂ ਨੇ, ਉਸ ਤੋਂ ਬਾਅਦ ਉਹ ਕੈਸ਼ ਵਿਦਡਰੋ ਹੋ ਕੇ ਉਹ ਚਾਈਨਾ ਦੇ ਵਿੱਚ ਜਾ ਰਿਹਾ ਕ੍ਰਿਪਟੋ ਕਰੰਸੀ ਦੇ ਥਰੂ। ਸਰ ਕਿਵੇਂ ਦੇਖਦੇ ਹੋ, ਕਿਉਂਕਿ ਜੋ ਹੁਣ ਪਹਿਲੇ ਜੇ ਬੰਦੇ ਫੜੇ ਸੀ, ਅੱਜ 3 ਹੋਰ ਫੜੇ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿੰਨੇ ਬੰਦੇ ਹਜੇ ਵੀ ਹੋਰ ਫੜੇ ਜਾਣੇ ਨੇ, ਤੇ ਇਹ ਨੈਕਸਸ ਤੋੜਨਾ ਬਹੁਤ ਜ਼ਰੂਰੀ ਹੈ? ਨਹੀਂ ਜੀ, ਬਿਲਕੁਲ। ਅਸੀਂ ਤਾਂ ਹੀ ਮਤਲਬ ਲਗਾਤਾਰ 1 ਮਹੀਨਾ ਹੋ ਗਿਆ ਸਾਨੂੰ ਇਸ ਦੇ ਉੱਤੇ ਲੱਗੇ। 29 ਬੰਦੇ ਅਰੈਸਟ ਹੋ ਚੁੱਕੇ ਨੇ, 3 ਹੋਰ ਬੰਦਿਆਂ ਤੇ ਅਸੀਂ ਬਾਈ ਨੇਮ ਜਿਨ੍ਹਾਂ ਦੇ ਉੱਤੇ ਦਬਿਸ਼ ਕਰ ਰਹੇ ਹਾਂ, ਉਹਨਾਂ ਨੂੰ ਸਾਡੀ ਟੀਮਸ ਆਲਰੇਡੀ ਰੇਡ ਤੇ ਨੇ ਉਹਨਾਂ ਨੂੰ ਅਰੈਸਟ ਕਰਨ ਲਈ। ਤੇ ਅੱਗੇ ਸਾਡਾ ਕੰਟੀਨਿਊ ਰਹੂਗਾ, ਬਿਲਕੁਲ ਇਹਦੀ ਤਹਿ ਤੱਕ ਜਾਵਾਂਗੇ। ਸਰ ਤਾਂ ਕਿਵੇਂ ਦੇਖਦੇ ਹੋ, ਇੱਕ ਲਾਸਟ ਸਵਾਲ ਹੈਗਾ ਕਿ ਜੋ ਕਿੰਗ ਪਿਨ ਹੈਗਾ,
ਕਿ ਆਪਾਂ ਮੰਨ ਲਈਏ ਉਹ ਇੱਥੇ ਬੈਠ ਕੇ ਭਾਰਤ ਦੇ ਵਿਚਕਾਰ ਬੈਠ ਕੇ ਕੰਮ ਕਰ ਰਿਹਾ ਜਾਂ ਫਿਰ ਇਹ ਬਾਹਰ ਦੀ ਕੋਈ ਕੰਪਨੀ ਹੈ ਕਿ ਜਿਵੇਂ ਚਾਈਨਾ ਦੀ ਗੱਲ ਕਰਿਓ, ਭਾਵੇਂ ਕੋਈ ਹੋਰ ਦੇਸ਼ ਦਾ ਵੀ ਹੋ ਸਕਦਾ ਕਿੰਗਪਿਨ ਉੱਥੇ ਬੈਠਿਆ ਹੋਵੇ, ਕੰਮ ਉੱਥੋਂ ਆਪਰੇਟ ਕਰਦਾ ਹੋਵੇ। ਨਹੀਂ, ਹਜੇ ਤੱਕ ਜੋ ਵੀ ਸਾਹਮਣੇ ਆਇਆ ਇਹਦੇ ਵਿੱਚ ਚਾਈਨੀਜ਼ ਇਨਵੋਲਵਮੈਂਟ ਦਾ ਕਲੀਅਰ ਕੱਟ ਸਾਹਮਣੇ ਇੱਕ ਪਹਿਲਾਂ ਚਾਈਨੀਜ਼ ਪਕੜਿਆ ਵੀ ਹੈ, ਇੱਕ ਅਸੀਂ ਆਇਡੈਂਟੀਫਾਈ ਵੀ ਕੀਤਾ ਜਿਹਨੂੰ ਲਈ ਅਸੀਂ CBI ਇੰਟਰਪੋਲ ਦੀ ਮਦਦ ਲੈ ਰਹੇ ਹਾਂ ਉਹਨੂੰ ਅਰੈਸਟ ਕਰਨ ਦੇ ਲਈ। ਤਾਂ ਸਾਡੀ ਅੱਗੇ ਵੀ ਇਨਵੈਸਟੀਗੇਸ਼ਨ ਰਹੂਗੀ ਤਾਂ ਜਿਹੜਾ ਕਿੰਗਪਿਨ ਮਤਲਬ ਜੋ ਵੀ ਹਜੇ ਤੱਕ ਚਾਈਨੀਜ਼ ਸਾਹਮਣੇ ਆ ਰਿਹਾ ਤਾਂ ਉਹਦੇ ਤੱਕ ਅਸੀਂ ਪਹੁੰਚਾਂਗੇ ਜੀ। ਕਿਉਂਕਿ ਤੁਸੀਂ ਕਿਹਾ ਨਾ ਕਿ ਮੰਥ ਮਨਾ ਰਹੇ ਆ ਸਾਈਬਰ, ਤਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਕਿ ਚੱਲ ਯਾਰ ਪੈਸੇ ਆ ਰਹੇ ਨੇ, ਚੱਲ ਕੁਛ ਤਾਂ ਅਮਾਊਂਟ ਮਿਲ ਰਿਹਾ, ਕੁਛ ਨਾ ਆਪਾਂ ਕਰ ਲਈਏ ਲੋਨ ਐਪ, ਬਹੁਤ ਸਾਰੇ ਐਪ, ਇੱਕ ਅਜਿਹਾ ਇੱਕ ਇਹੀ ਐਪ ਨਹੀਂ ਆ, ਬਹੁਤ ਸਾਰੇ ਐਪ ਨੇ, ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹਦੇ ਵਿੱਚ ਲੋਕਾਂ ਨੂੰ ਮੇਨ ਇਹੀ ਕਹਿਣਾ ਚਾਹੂੰਗਾ ਕਿ ਜੋ ਵੀ ਸਾਈਬਰ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਕਿ ਉਹ ਸਾਈਬਰ ਕ੍ਰਾਈਮ ਤੋਂ ਬਿਲਕੁਲ ਅਵੇਅਰ ਰਹਿਣ। ਅਸੀਂ ਟਵਿੱਟਰ 'ਤੇ ਵੀ, ਸੋਸ਼ਲ ਮੀਡੀਆ 'ਤੇ ਵੀ, ਪ੍ਰਿੰਟ ਮੀਡੀਆ 'ਤੇ ਡੇਲੀ ਅਸੀਂ ਮੈਸੇजेस ਪਾਉਂਦੇ ਹਾਂ ਕਿ ਚੱਲ ਰਹੇ ਨੇ। ਤਾਂ ਕੁਝ ਵੀ ਉਹਨਾਂ ਨੂੰ ਆਪਣੇ ਫੋਨ ਦੇ ਉੱਤੇ ਕੋਈ ਸਸਪੀਸ਼ੀਅਸ ਕਾਲ ਆਉਂਦੀ ਹੈ, ਕੋਈ ਸਸਪੀਸ਼ੀਅਸ ਮੈਸੇਜ ਆਉਂਦਾ, ਕੋਈ ਸਸਪੀਸ਼ੀਅਸ WhatsApp ਆਉਂਦਾ, ਉਹਨਾਂ ਨੂੰ ਬਿਲਕੁਲ ਉਹਦੇ ਉੱਤੇ ਰਿਐਕਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਉਸ ਨੂੰ ਉਹ ਬਲੌਕ ਕਰ ਦੇਣ ਅਤੇ ਉਹਨੂੰ 1930 ਦੇ ਉੱਤੇ ਜਾਂ ਫਿਰ 112 ਦੇ ਉੱਤੇ ਰਿਪੋਰਟ ਕਰਨ ਜੀ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਦੱਸਦੀ ਹੈ ਕਿ ਬਹੁਤ ਸਾਰੀ ਕੰਪਲੇਂਟਸ ਜੇ ਹੈ ਦੇਸ਼ ਭਰ ਵਿਚਕਾਰ ਆਈ। ਚੰਡੀਗੜ੍ਹ ਤੋਂ 8 ਕੰਪਲੇਂਟ ਸਾਹਮਣੇ ਆਈਆਂ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ 29 ਲੋਕਾਂ ਨੂੰ ਹਾਲੇ ਤੱਕ ਜੇ ਹੈ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ 3 ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਰਵਾਨ, ਦੈਨਿਕ ਸਵੇਰਾ ਟੀਵੀ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਸੰਪਰਕ ਕਰੋ 9958635478।